ई मिशन पंजाबी ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮਾਹੌਲ ਇਸ ਵੇਲੇ ਕਾਫੀ ਭਖ ਰਿਹਾ ਹੈ ਤੇ ਦਿਨ ਬ ਦਿਨ ਇਹ ਚਰਚਾ ਜ਼ੋਰਾਂ ਉੱਤੇ ਅੱਗੇ ਵਧ ਰਹੀ ਹੈ। ਉਂਝ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਜਾਂ ਕਹਿ ਲਈਏ ਕਿ ਬੜੇ ਲੰਮੇ ਸਮੇਂ ਬਾਅਦ ਇਹ ਪਹਿਲੀ ਵਾਰ ਸੰਭਵ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਸੱਦੇ ਗਏ ਜਨਰਲ ਅਜਲਾਸ ਤੋਂ ਕਈ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਰੂਲਿੰਗ ਧਿਰ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਲੇ ਪ੍ਰਧਾਨਗੀ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰੀ ਹੋਇਆ ਹੈ, ਨਹੀਂ ਤਾਂ ਅਕਸਰ ਇੰਜ ਹੀ ਹੁੰਦਾ ਸੀ ਕਿ ਜਨਰਲ ਅਜਲਾਸ ਦੇ ਵਿੱਚ ਰੂਲਿੰਗ ਧਿਰ ਵੱਲੋਂ ਆਪਣੇ ਨਾਂ ਪੇਸ਼ ਕੀਤੇ ਜਾਂਦੇ ਸਨ, ਜਿਸ ਸੰਬੰਧੀ ਪਿਛਲੇ ਸਮੇਂ ਇੱਕ ਲਿਫਾਫੇ ਦਾ ਵੀ ਕਾਫੀ ਦੌਰ ਰਿਹਾ। ਤੇ ਹੁਣ ਐਤਕੀ ਵੀ ਬੀਬੀ ਜਗੀਰ ਕੌਰ ਜਿਹੜੇ ਕਿ ਵਾਹਦ ਅਕਾਲੀ ਆਗੂ ਨੇ, ਜਿਨ੍ਹਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨੁਸ਼ਾਸਨੀ ਮਾਮਲਿਆਂ ਨੂੰ ਲੈ ਕੇ ਪਾਰਟੀ ਦੇ ਵਿੱਚ ਉਹਨਾਂ ਨੂੰ ਮੁਅੱਤਲ ਕੀਤਾ ਹੋਇਆ ਹੈ ਤੇ ਜਿਹੜਾ 48 ਘੰਟੇ ਦਾ ਉਹਨਾਂ ਨੂੰ ਜਵਾਬ ਤਲਬੀ ਦਾ ਨੋਟਿਸ ਸੀਗਾ ਉਹਦਾ ਭਾਵੇਂ ਸਮਾਂ ਲੰਘ ਗਿਆ ਹੈ। ਆਪਾਂ ਗੱਲ ਕਰੀਏ ਕਿ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਲਿਫਾਫਾ ਕਲਚਰ ਖਤਮ ਹੋਣ ਲੱਗਾ ਹੈ ਤੇ ਇਹਦਾ ਸਿਹਰਾ ਜਿਹੜਾ ਹੁਣ ਤੱਕ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਬੀਬੀ ਜਗੀਰ ਕੌਰ ਨੂੰ ਹੀ ਜਾ ਰਿਹਾ ਹੈ, ਕਿਉਂਕਿ ਉਹ ਹੀ ਝੰਡਾ ਬਰਦਾਰ ਬਣੇ ਕਿ ਪਾਰਟੀ ਦੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਚੋਣ ਹੈ ਉਹਦਾ ਵਿਧੀ ਵਿਧਾਨ ਜਿਹੜਾ ਤੌਰ ਤਰੀਕਾ ਹੈ ਉਹ ਬਦਲਣਾ ਚਾਹੀਦਾ ਹੈ ਕਿ ਇਹ ਸੰਭਵ ਬਣਾਇਆ ਜਾਵੇ ਕਿ ਕੋਈ ਵੀ ਲੋਕਤੰਤਰਕ ਤਰੀਕੇ ਨਾਲ ਪ੍ਰਧਾਨਗੀ ਜਾਂ ਹੋਰ ਅਹੁਦਿਆਂ 'ਤੇ ਅੱਗੇ ਆਵੇ ਤੇ ਬੀਬੀ ਜਗੀਰ ਕੌਰ ਖੁਦ ਪ੍ਰਧਾਨਗੀ ਦੇ ਅਹੁਦੇ ਵਜੋਂ ਅੱਗੇ ਆਏ। ਭਾਵੇਂ ਹਾਲੇ ਨੋਮੀਨੇਸ਼ਨ ਕਿਉਂਕਿ ਜਨਰਲ ਅਜਲਾਸ ਦੇ ਵਿੱਚ ਹੀ ਹੋਣੀ ਸੀ ਤੇ ਅਜਿਹੇ ਖਿਲਾਫ ਪਾਰਟੀ ਨੇ ਵੀ ਉਹਨਾਂ ਨੂੰ ਕਟਹਿਰੇ ਦੇ ਵਿੱਚ ਘੇਰ ਲਿਆ ਹੈ। ਪਰੰਤੂ ਜਿਹੜੀ ਅੱਜ ਘਟਨਾ ਵੱਡੇ ਪੱਧਰ ਉੱਤੇ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਸੰਭਵ ਬਣਿਆ ਹੈ ਕਿ ਕੋਈ ਰੂਲਿੰਗ ਧਿਰ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਹੀ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਧਿਰ ਰਹੀ ਹੈ, ਜਿਹਨੂੰ ਆਪਾਂ ਰੂਲਿੰਗ ਧਿਰ ਵੀ ਮੰਨ ਸਕਦੇ ਹਾਂ। ਉਸ ਵੱਲੋਂ ਪਹਿਲੀ ਵਾਰ ਜਨਰਲ ਅਜਲਾਸ ਤੋਂ ਭਾਵੇਂ ਕਈ ਕੁਛ ਮੁੱਦਤਾਂ ਪਹਿਲਾਂ ਭਾਵੇਂ ਅਜਿਹੀ ਗੱਲ ਹੋਵੇ ਕਿ ਪਹਿਲਾਂ ਜਿਹੜੇ ਉਮੀਦਵਾਰ ਪਹਿਲਾਂ ਐਲਾਨੇ ਜਾਂਦੇ ਰਹੇ ਹੋਣ, ਪਰੰਤੂ ਪਿਛਲੇ ਕੁਝ ਦਹਾਕਿਆਂ ਤੋਂ ਅਜਿਹਾ ਨਹੀਂ ਸੀ। ਜਨਰਲ ਅਜਲਾਸ ਦੇ ਵਿੱਚ ਹੀ ਜਾਂ ਪਹਿਲਾਂ ਲਿਫਾਫਾ ਖੁੱਲ੍ਹਦਾ ਰਿਹਾ, ਫਿਰ ਇਹ ਸੂਚੀ ਅੱਗੇ ਜਾਂਦੀ ਰਹੀ, ਫਿਰ ਜ਼ਬਾਨੀ ਕਬਾਨੀ ਨਾਂ ਐਲਾਨੇ ਜਾਂਦੇ ਸਨ, ਉਹਨਾਂ 'ਤੇ ਤਾਇਦ ਹੁੰਦੀ ਸੀ, ਫਿਰ ਜਕਾਰੇ ਵਜਾ ਦਿੱਤੇ ਜਾਂਦੇ ਸਨ। ਪਰੰਤੂ ਐਤਕੀ ਇੱਕ ਵੱਡੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲਿਫਾਫਾ ਕਲਚਰ ਹੈ ਜਾਂ ਸੂਚੀ ਕਲਚਰ ਹੈ ਉਹ ਬਹੁਤ ਪਿੱਛੇ ਰਹਿ ਗਿਆ ਹੈ। ਨਵਾਂ ਦੌਰ ਸ਼ੁਰੂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਅਗਲੇ ਪ੍ਰਧਾਨ ਦੇ ਉਮੀਦਵਾਰ ਵਜੋਂ ਮੁੜ ਸ਼੍ਰੋਮਣੀ ਕਮੇਟੀ ਦੇ ਹੁਣ ਮੌਜੂਦਾ ਸਮੇਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੀ ਆਪਣਾ ਉਮੀਦਵਾਰ ਐਲਾਨਿਆ ਹੈ। ਅਜਿਹੇ ਦੇ ਨਾਲ ਬੀਬੀ ਜਗੀਰ ਕੌਰ ਜਿਹੜੇ ਕਿ ਪਿਛਲੇ ਕੁਝ ਸਮੇਂ ਤੋਂ ਅਗਲੇ ਪ੍ਰਧਾਨ ਵਜੋਂ ਚਾਰਾਜੋਈ ਦੇ ਵਿੱਚ ਸਨ, ਉਹਨਾਂ ਨੂੰ ਸਿਆਸੀ ਤੌਰ 'ਤੇ ਬੜਾ ਵੱਡਾ ਧੱਕਾ ਲੱਗਾ ਹੈ। ਜਿੱਥੇ ਕੱਲ੍ਹ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਈ ਹੈ ਅਨੁਸ਼ਾਸਨੀ ਕਮੇਟੀ ਦੀ, ਉਹਨਾਂ ਨੂੰ 48 ਘੰਟੇ ਦਾ ਨੋਟਿਸ ਦਿੱਤਾ ਗਿਆ, ਪਾਰਟੀ ਦੇ ਵਿੱਚੋਂ ਮੁਅੱਤਲ ਕੀਤਾ ਗਿਆ ਤੇ ਅੱਜ ਉਹਨਾਂ ਲਈ ਇੱਕ ਵੱਡਾ ਦੂਜਾ ਝਟਕਾ ਸੀ ਕਿ ਪਾਰਟੀ ਨੇ ਉਹਨਾਂ ਨੂੰ ਪ੍ਰਧਾਨ ਵਜੋਂ ਵਿਚਾਰਨ ਦੀ ਬਜਾਏ ਮੁੜ ਐਡਵੋਕੇਟ ਧਾਮੀ ਉੱਤੇ ਮੋਹਰ ਲਗਾ ਦਿੱਤੀ ਹੈ। ਅਜਿਹੇ ਮਗਰੋਂ ਐਡਵੋਕੇਟ ਧਾਮੀ ਨੇ ਜਿੱਥੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ, ਉੱਥੇ ਨਾਲ ਹੀ ਉਹਨਾਂ ਨੇ ਇੱਕ ਵੱਡਾ ਦੋਸ਼ ਵੱਖਰੀ ਤਰ੍ਹਾਂ ਦਾ ਇਹ ਵੀ ਮੜਿਆ ਹੈ ਕਿ ਹਕੂਮਤ ਜਿਹੜੀ ਕੇਂਦਰ ਦੇ ਵਿੱਚ ਹਕੂਮਤ ਤੇਰੇ ਬੀਜੇਪੀ ਤੇ RSS ਉਹ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਖਾਸ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ, ਜਿਸ ਦੇ ਨਾਲ ਇੱਕ ਜਿਹੜਾ ਬਹਿਸਨੁਮਾ ਮਾਹੌਲ ਹੈ ਹੋਰ ਪਾਸੇ ਨੂੰ ਹੋਰ ਮੋੜ ਕੱਟਦਾ ਵੀ ਪ੍ਰਤੀਤ ਹੋ ਰਿਹਾ ਹੈ। ਦੂਜੇ ਬੰਨੇ ਬੜੀ ਵੱਡੀ ਇੱਕ ਦਿਲਚਸਪੀ ਹੈ ਕਿ ਬੀਬੀ ਜਗੀਰ ਕੌਰ ਹੁਣ ਕੀ ਉਹ ਪ੍ਰਧਾਨਗੀ ਦੀ ਚੋਣ ਲੜਨਗੇ ਜਾਂ ਨਹੀਂ, ਮੈਦਾਨ ਉਹ ਮੱਲਣਗੇ ਜਾਂ ਨਹੀਂ, ਕਿਉਂਕਿ ਭਾਵੇਂ ਕੱਲ੍ਹ ਹੀ ਉਹਨਾਂ ਨੇ ਪਾਰਟੀ ਦੇ ਖਿਲਾਫ ਕੁਛ ਸੁਰ ਜਿਹੜੇ ਸੀ ਉਹ ਤਿੱਖੇ ਕਰ ਲਏ ਸੀ ਜਦੋਂ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਹੋਈ ਸੀ। ਤੇ ਜਿਹੜੀ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਦੋਂ ਤੋਂ ਐਡਵੋਕੇਟ ਧਾਮੀ ਨੂੰ ਅਗਲਾ ਉਮੀਦਵਾਰ ਐਲਾਨਿਆ ਗਿਆ ਹੈ ਤਾਂ ਉਸ ਮਗਰੋਂ ਬੀਬੀ ਜਗੀਰ ਕੌਰ ਵੱਲੋਂ ਇੱਕ ਲੰਮੀ ਚੁੱਪ ਧਾਰ ਲਈ ਗਈ ਹੈ। ਉਹਨਾਂ ਦਾ ਇੱਕ ਫੋਨ ਬੰਦ ਹੈ, ਇੱਕ ਜਿਹੜਾ ਪਰਸਨਲ ਫੋਨ ਹੈ ਉਹਦੀ ਘੰਟੀ ਭਾਵੇਂ ਵੱਜ ਰਹੀ ਹੈ ਪਰੰਤੂ ਉਹਨੂੰ ਕੋਈ ਚੁੱਕ ਨਹੀਂ ਰਿਹਾ।
ਉਹ ਆਪਣੇ ਬੇਗੋਵਾਲ ਸਥਿਤ ਡੇਰੇ ਉੱਤੇ ਹਨ, ਪਰੰਤੂ ਪਾਰਟੀ ਵੱਲੋਂ ਉਲੀਕੇ ਅਗਲੇ ਪ੍ਰੋਗਰਾਮ ਉੱਤੇ ਕਾਫੀ ਖਫੇ ਵੀ ਦੱਸੇ ਜਾ ਰਹੇ ਹਨ। ਉਂਝ ਹਾਲੇ ਤਾਈਂ ਇਹ ਗੱਲ ਸਾਹਮਣੇ ਨਹੀਂ ਆਈ ਕਿ ਜਿਹੜੇ ਬਾਦਲ ਵਿਰੋਧੀ ਹੋਰ ਖੇਮੇ ਹਨ, ਜਿਨ੍ਹਾਂ ਦੇ ਵਿੱਚ ਢੀਂਡਸਾ ਗਰੁੱਪ ਲਾ ਲਈਏ ਜਾਂ ਹੋਰ ਆਦਿਕ, ਉਹਨਾਂ ਵੱਲੋਂ ਬੀਬੀ ਜਗੀਰ ਕੌਰ ਦੀ ਮਦਦ ਕਿਸ ਲਹਿਜੇ ਨਾਲ ਕੀਤੀ ਜਾਵੇਗੀ। ਤੇ ਵੱਡਾ ਸਵਾਲ ਹੈ ਕਿ ਬੀਬੀ ਜਗੀਰ ਕੌਰ ਹੁਣ ਪ੍ਰਧਾਨਗੀ ਦੀ ਦੌੜ ਦੇ ਵਿੱਚ ਹਨ ਜਾਂ ਨਹੀਂ। ਹਾਲੇ ਤਾਈਂ ਉਹਨਾਂ ਨੇ ਕੋਈ ਪ੍ਰਤੀਕਰਮ ਵੀ ਨਹੀਂ ਦਿੱਤਾ। ਅਹਿਮ ਸੂਤਰਾਂ ਮੁਤਾਬਕ ਉਹਨਾਂ ਨੇ ਲੰਮੀ ਚੁੱਪ ਧਾਰੀ ਹੋਈ ਹੈ ਤੇ ਉਹ ਸਮੁੱਚੇ ਮਾਮਲੇ ਤੋਂ ਪਾਰਟੀ ਪ੍ਰਤੀ ਡਾਢੇ ਖਫੇ ਵੀ ਹਨ। ਹਾਲੇ ਤਾਈਂ ਉਹਨਾਂ ਨੇ ਜਿਹੜਾ 48 ਘੰਟੇ ਦਾ ਨੋਟਿਸ ਸੀਗਾ ਉਹਦਾ ਜਵਾਬ ਵੀ ਨਹੀਂ ਦਿੱਤਾ, ਕਿਉਂਕਿ ਪਾਰਟੀ ਵੱਲੋਂ ਵੀ ਹਾਲੇ ਇਸ ਸੰਬੰਧੀ ਕੋਈ ਇਲਮ ਸਾਹਮਣੇ ਨਹੀਂ ਆਇਆ, ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਬੀਬੀ ਜਗੀਰ ਕੌਰ ਦੇ ਖੇਮੇ ਵੱਲੋਂ ਹਾਲੇ ਇਹ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਉਂਝ ਇਸ ਬੀਬੀ ਜਗੀਰ ਕੌਰ ਦੇ ਮੁਤਲਕ ਸਮੁੱਚੇ ਮਾਮਲੇ ਉੱਤੇ ਇੱਕ ਇੰਟਰਨਲ ਜਿਹੀ ਗੱਲ ਇੱਕ ਹੋਰ ਤੁਰ ਰਹੀ ਹੈ ਕਿ ਬੀਬੀ ਜਗੀਰ ਕੌਰ ਦਾ ਜਿਹੜਾ ਇੱਕ ਸਿਆਸੀ ਰਫੜ ਸੀ ਪਿਛਲੇ ਕੁਝ ਸਮੇਂ ਤੋਂ ਉਹ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਚੱਲ ਰਿਹਾ ਸੀ। ਲਿਹਾਜ਼ਾ ਦੋਹਾਂ ਵਾਹਦ ਬੀਬੀਆਂ ਦੀ ਆਪਸੀ ਸਿਆਸੀ ਖਿੱਚੋਤਾਣ ਦੀ ਵਜ੍ਹਾ ਬੀਬੀ ਜਗੀਰ ਕੌਰ ਨੇ ਪਾਰਟੀ ਦੀ ਰਜ਼ਾਮੰਦੀ ਦੇ ਬਗੈਰ ਹੀ ਆਪਣੇ ਆਪ ਨੂੰ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਕਰ ਲਿਆ ਸੀ। ਹਾਲਾਂਕਿ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਪਾਰਟੀ ਲੀਡਰਸ਼ਿਪ ਨੂੰ ਵਾਰ-ਵਾਰ ਵੀ ਕਿਹਾ ਕਿ ਉਹਨਾਂ ਨੂੰ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਕੀਤਾ ਜਾਵੇ, ਉਹ ਚੋਣ ਲੜਨਗੇ। ਲਿਹਾਜ਼ਾ ਅਖੀਰ ਤੱਕ ਜਿਹੜਾ ਇਹ ਮਾਮਲਾ ਵੱਖ-ਵੱਖ ਪਗਡੰਡੀਆਂ ਤੋਂ ਅੱਗੇ ਵਧਿਆ ਹੈ, ਉਹਦੇ ਉੱਤੇ ਜੇ ਆਪਾਂ ਸਹਿਜ ਨਾਲ ਝਾਤੀ ਮਾਰੀਏ ਤਾਂ ਹੁਣ ਜਿਵੇਂ ਇੱਕ ਪਾਸੇ ਬੀਬੀ ਜਗੀਰ ਕੌਰ ਹਨ ਤੇ ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਹੈ। ਭਾਵੇਂ ਹਾਲੇ ਤਾਈਂ ਸਮੁੱਚੇ ਮਾਮਲੇ ਉੱਤੇ ਇਹ ਪਰਤ ਖੁੱਲ੍ਹ ਕੇ ਨਹੀਂ ਸਾਹਮਣੇ ਆਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਕੀ ਬੀਬੀ ਜਗੀਰ ਕੌਰ ਨੂੰ ਮਨਾਉਣ ਲਈ, ਰਜ਼ਾਮੰਦ ਕਰਨ ਲਈ ਕਿ ਇੱਕ ਵਾਰ ਉਹਨਾਂ ਨੂੰ ਹੋਰ ਮੌਕਾ ਦਿੱਤਾ ਜਾਏਗਾ ਜਾਂ ਨਹੀਂ। ਉਂਝ ਅੱਜ ਰੋਪੜ ਜ਼ਿਲ੍ਹੇ ਦੇ ਪਿੰਡ ਭਾਗੋਵਾਲ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਲੀਡਰ, ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਸਮੇਤ ਹੋਰ ਕੁਝ ਲੀਡਰਾਂ ਨੇ ਆਪਸ ਦੇ ਵਿੱਚ ਇੱਕ ਮੀਟਿੰਗ ਜ਼ਰੂਰ ਕੀਤੀ ਹੈ। ਹੁਣ ਅੱਗੇ ਵੇਖਣਾ ਹੋਵੇਗਾ ਕਿ ਇਸ ਸਮੁੱਚੇ ਮਾਮਲੇ ਉੱਤੇ ਬੀਬੀ ਜਗੀਰ ਕੌਰ ਦੇ ਅਗਲੇ ਸਮੇਂ ਸਿਆਸੀ ਤੇਵਰ ਕੀ ਰਹਿਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਤੇਵਰ ਕਿਸ ਤਰ੍ਹਾਂ ਦੇ ਵਰਤਣਗੇ। ਅੱਜ ਦੇ ਅਜਿਹੇ ਵਿਸ਼ਲੇਸ਼ਣ ਨਾਲ ਆਪਾਂ ਪ੍ਰੋਗਰਾਮ ਨੂੰ ਵਿਸ਼ਰਾਮ ਦਈਏ। ਧੰਨਵਾਦ, ਸਤਿ ਸ੍ਰੀ ਅਕਾਲ। ਸੋ ਮੈਂ ਬੇਨਤੀ ਕਰਦਾ ਬੀਬੀ ਜਗੀਰ ਕੌਰ ਜੀ ਨੂੰ, ਪੁਰਾਣੇ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਰਹੇ ਆ ਕਿ ਹੁਣ ਧਾਮੀ ਸਾਹਿਬ ਦਾ ਕੈਂਡੀਡੇਟ ਅਨਾਉਂਸ ਹੋ ਗਿਆ ਤੇ ਉਹ ਵਿਡਰਾਅ ਕਰ ਲੈਣ। ਮੈਂ ਐਜ਼ ਅ ਪ੍ਰੈਜ਼ੀਡੈਂਟ ਮੈਂ ਉਹਨਾਂ ਨੂੰ ਬੇਨਤੀ ਕਰਦਾ। 48 ਘੰਟੇ ਈ ਮਿਸ਼ਨ ਪੰਜਾਬੀ